ਦੀ ਉਸ ਨੂੰ ਪ੍ਰਾਪਤੀ ਹੋਈ। ਘਰ ਬੈਠੇ ਜਿਨ ਮਨ ਧਿਆਇਆ। ਹਾਂ, ਘਰ ਬੈਠੇ ਵੀ ਮਨ 'ਚ ਕਿਸੇ ਨੇ ਯਾਦ ਕਰ ਲਿਆ, ਕੋਈ ਕਿਤੇ ਬੈਠਾ ਹੋਵੇ, ਉੱਥੇ ਜਾ ਕੇ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ ਨੇ। ਹੁਣ ਵੀ ਮਨ ਬਾਂਝਤ ਫਲ ਪਾਇਆ। ਜੋ ਮਨ ਦੀ ਇੱਛਾ ਸੀਗੀ ਗੁਰੂ ਨਾਨਕ ਸਾਹਿਬ ਨੇ ਘਰ ਬੈਠਿਆਂ ਦੀ ਪੂਰੀ ਕਰ ਦਿੱਤੀ। ਮਨ ਇੱਛੇ ਸਭ ਫਲ ਲਹੈ, ਜੋ ਕੋ ਚਿਤਵਤ ਆਏ। ਮਨ ਇੱਛੇ ਸਗਲੇ ਫਲ ਪਾਈ। ਗੁਰੂ ਨਾਨਕ ਸਾਹਿਬ ਤੋਂ ਜੋ ਵੀ ਕੋਈ ਘਰ ਬੈਠਾ ਵੀ ਮੰਗ ਲਵੇ ਨਾ, ਗੁਰੂ ਉੱਥੇ ਬੈਠਾ ਅਰਦਾਸ ਸੁਣ ਲੈਂਦਾ। ਗੁਰਦੁਆਰੇ ਆ ਕੇ ਅਰਦਾਸ ਕਰਨੀ ਚੰਗੀ ਗੱਲ ਹੈ ਤੇ ਕਰਨੀ ਚਾਹੀਦੀ ਹੈ, ਪਰ ਸਾਧ ਸੰਗਤ ਜੀ ਕਈ ਸਮੇਂ ਐਸੇ ਹੁੰਦੇ ਆ ਬਿਪਤਾ ਦੇ, ਉੱਥੇ ਗੁਰਦੁਆਰਾ ਨਹੀਂ ਹੁੰਦਾ। ਜਿਵੇਂ ਭਾਈ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰ ਦੇ ਵਿੱਚ ਫਸਿਆ ਸੀ, ਉਹਨੇ ਉੱਥੇ ਹੀ ਅਰਦਾਸ ਕਰਤੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਇੱਥੇ ਮੇਰਾ ਜਹਾਜ਼ ਬੰਨੇ ਲਾਓ, ਤੇ ਨੌਵੇਂ ਪਾਤਸ਼ਾਹ ਕਿੱਥੇ ਉਹਦਾ ਜਾ ਕੇ ਜਹਾਜ਼ ਬੰਨੇ ਲਾਤਾ। ਇਸ ਤਰ੍ਹਾਂ ਜਿੱਥੇ ਔਕੜ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਹੇ। ਔਖੇ ਤੋਂ ਔਖੇ ਸਮੇਂ ਗੁਰੂ ਸਾਹਿਬ ਸਹਾਇਤਾ ਕਰਦੇ। ਹਾਂਜੀ, ਸਤਿਗੁਰ ਕੇ ਪ੍ਰਤਾਪ ਤੇ ਖਾਲੀ ਨਹਿ ਕੋ ਜਾਏ। ਸ਼ਹੀਦ ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਸੁਣਾ ਰਹੇ। ਪੜਾਣੇ ਪਿੰਡ ਦੇ ਥਾਣੇ ਵਿੱਚ ਕਥਾ ਹੋ ਰਹੀ, ਰਾਤ ਦਾ ਸਮਾਂ ਹੈ। ਕੁਝ ਵਿਰਲੇ ਗੁਰਸਿੱਖ ਜਿਹੜੇ ਉਹਨਾਂ ਨੂੰ ਛੁਡਾਉਣ ਦੀ ਇੱਛਾ ਰੱਖਦੇ ਸਨ, ਉਹ ਬੈਠੇ ਹਨ, ਉਹਨਾਂ ਨਾਲ ਸਵਾਲ ਜਵਾਬ ਹੋ ਰਹੇ ਹਨ। ਭਾਈ ਤਾਰੂ ਸਿੰਘ ਜੀ ਕਹਿੰਦੇ, ਸਤਿਗੁਰ ਤੇ ਪ੍ਰਤਾਪ ਤੇ ਖਾਲੀ ਕੋਈ ਨਾ ਜਾਏ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਐਸਾ ਹੈ, ਬੂਹੇ ਤੋਂ ਖਾਲੀ ਕੋਈ ਨਹੀਂ ਮੁੜਦਾ, ਜੋ ਵੀ ਆਵੇ ਝੋਲੀ ਭਰ ਕੇ ਹੀ ਜਾਂਦਾ। ਅੱਜ ਤਾਂ ਇੱਕ ਵੀ ਬੰਦਾ ਖਾਲੀ ਨਹੀਂ ਗਿਆ ਗੁਰੂ ਨਾਨਕ ਦੇ ਘਰੋਂ, ਸਭ ਦੀਆਂ ਆਸਾਂ ਉਮੀਦਾਂ ਪੂਰੀਆਂ ਹੋਈਆਂ। ਸੋ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਦੱਸਣਗੇ। 35 ਦਾ ਵਿੱਚ ਪੜੋ ਪਾਠ। ਤਲਵੰਡੀ ਰਾਏ ਭੋਏ ਕੀ ਪਇਓ। ਹਾਂ, ਹੁਣ ਦੱਸ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਅਵਤਾਰ ਕਿੱਥੇ ਧਾਰਿਆ। ਕੱਤਕ ਸੁਦੀ ਪੂਰਨਮਾਸ਼ੀ ਨੂੰ ਰਾਏ ਭੋਏ ਦੀ ਤਲਵੰਡੀ 'ਚ। ਹਾਂਜੀ, ਤਾਹਾਂ ਜਨਮ ਗੁਰ ਨਾਨਕ ਲਿਓ। ਇਹ ਉਹ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ, ਜਿੱਥੇ ਪਾਤਸ਼ਾਹ ਆਪ ਅਵਤਾਰ ਧਾਰ ਕੇ ਆਏ ਹਨ। ਬਹੁਤ ਬਾਲਕੁਨ ਦਰਸ ਕਰ ਲਿਓ। ਹਾਂ, ਬਾਲ ਅਵਸਥਾ ਵਿੱਚ ਹੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਨਿਹਾਲ ਹੋ ਗਏ। ਉਹਨਾਂ 'ਚੋਂ ਸਭ ਤੋਂ ਜ਼ਿਆਦਾ ਵਰਸਾਏ ਗਏ ਰਾਏ ਬੁਲਾਰ ਜੀ। ਹਾਂਜੀ, ਤਿਸਤੇ ਵਜ਼ੀਰ ਦਿੱਲੀ ਕੋ ਪਇਓ। ਰਾਏ ਬੁਲਾਰ ਦੇ ਉੱਤੇ ਬਹੁਤ ਕਿਰਪਾ ਹੋਈ। ਰਾਏ ਬੁਲਾਰ ਦਾ ਇੱਕ ਬੇਟਾ ਵਜ਼ੀਰ ਆਜ਼ਮ, ਹਿੰਦੁਸਤਾਨ ਦਾ ਸਭ ਤੋਂ ਵੱਡਾ ਵਜ਼ੀਰ ਬਣਿਆ, ਬਾਦਸ਼ਾਹ ਦਾ। ਰਾਏ ਬੁਲਾਰ ਦਾ ਬੇਟਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਹਾਲਾਂਕਿ ਉਹ ਵੈਸੇ ਤਾਂ ਜ਼ਿਮੀਦਾਰ ਸਨ ਤਗੜੇ, ਯਾਨੀ ਕਿਤੇ ਲਿਖਿਆ ਵੀ 84 ਪਿੰਡਾਂ ਦੇ ਮਾਲਕ ਸਨ, ਜਾਂ ਇਸ ਤੋਂ ਹੋਰ ਵੀ ਜ਼ਿਆਦਾ ਪਿੰਡਾਂ ਦੇ ਮਾਲਕ ਸਨ। ਤਗੜੇ ਰਾਜੇ ਸਨ ਇੱਕ ਤਰ੍ਹਾਂ ਦੇ ਇਲਾਕੇ ਦੇ, ਪਰ ਐਡੇ ਵੱਡੇ ਵੀ ਨਹੀਂ ਸਨ ਵੀ ਹਿੰਦੁਸਤਾਨ ਦੇ ਵਜ਼ੀਰ ਦੇ ਅਹੁਦੇ ਤੱਕ ਜਾਣ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਉਹ ਰਾਏ ਬੁਲਾਰ ਦਾ ਬੇਟਾ ਵਜ਼ੀਰ ਆਜ਼ਮ, ਹਿੰਦੁਸਤਾਨ ਦੇ ਬਾਦਸ਼ਾਹ ਲੋਧੀ ਬਾਦਸ਼ਾਹ ਦਾ ਉਹ ਵਜ਼ੀਰ ਬਣਿਆ। ਹਾਂਜੀ, ਹੁਣ ਪੀਥੇ ਕੁਛ ਕਛ ਸਤਿਗੁਰ ਜਾਣੇ। ਉਹ ਜਿਹੜਾ ਪਿਤਾ ਸੀਗਾ ਰਾਏ ਬੁਲਾਰ, ਉਹ ਤਾਂ ਗੁਰੂ ਪਾਤਸ਼ਾਹ ਦਾ ਬਹੁਤ ਸ਼ਰਧਾਲੂ ਸੀ। ਉਹਦਾ ਪੁੱਤਰ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਰਾਏ ਬੁਲਾਰ ਦੇ ਬੇਟੇ ਨੂੰ ਵੀ ਸਮਝ ਸੀ ਕਿ ਇਹ ਮਹਾਂਪੁਰਸ਼ ਹਨ, ਉਹਨੂੰ ਸ਼ਰਧਾ ਸੀ ਦੋਵਾਂ ਪਿਓ ਪੁੱਤਰਾਂ ਨੂੰ। ਉਹ ਬਚਪਨ 'ਚ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ। ਰਾਏ ਬੁਲਾਰ ਦਾ ਬੇਟਾ, ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹ ਹਿੰਦੁਸਤਾਨ ਦਾ ਵਜ਼ੀਰ ਬਣਿਆ। ਹਾਂਜੀ, ਸੋ ਦਿੱਲੀ ਮੰਡੀ ਪੋਏ ਰਾਣੇ। ਹਾਂ, ਉਹ ਦਿੱਲੀ ਦੇ ਵਿੱਚ ਵਜ਼ੀਰ ਬਣੇ। ਉੱਥੇ ਉਹਨਾਂ ਦਾ ਸਥਾਨ ਬੜਾ ਵੱਡਾ ਘਰ-ਬਾਰ ਬਣਿਆ। ਜਿੱਥੇ ਹਿੰਦੁਸਤਾਨ ਦਾ ਵਜ਼ੀਰ ਬਣੇਗਾ, ਉਹ ਦਿੱਲੀ ਦਾ, ਉੱਥੇ ਉਹਦੀ ਮੰਡੀ ਬਣੇਗੀ, ਉਹਦੀ ਘਰ ਬਣੇਗਾ। ਸੋ ਕਹਿੰਦੇ ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਤੋਂ ਉੱਠ ਕੇ ਉਹ ਦਿੱਲੀ ਤੱਕ ਉਹਨਾਂ ਦੀ ਪਹੁੰਚ ਹੋ ਗਈ, ਕਿਰਪਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਦਕਾ। ਓ ਲੋਧੀ ਦੌਲਤ ਖਾਂ ਪਠਾਨ। ਤੇ ਦੂਜੀ ਗੱਲ ਸੁਣ ਲਓ ਵੀ ਇੱਕ ਮਹਾਰਾਜ ਦੇ ਨਾਲ ਹੋਰ ਸੰਬੰਧ ਬਣਿਆ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਿਨਾਸੀ। ਭਾਈ ਗੁਰਦਾਸ ਦੀਆਂ ਵਾਰਾਂ 'ਚ ਬਚਨ ਆਇਆ। ਦੌਲਤ ਖਾਂ ਲੋਧੀ ਪਠਾਨ, ਸੁਲਤਾਨਪੁਰ ਲੋਧੀ ਦਾ ਨਵਾਬ, ਜਿਹਦੇ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਦੇ ਵਿੱਚ ਲਗਭਗ 20 ਸਾਲ ਮੋਦੀ ਖਾਨਾ ਚਲਾਇਆ, ਧਰਮ ਦੀ ਕਿਰਤ ਕੀਤੀ ਹੈ। ਫੌਜਦਾਰ ਥੋ ਪੁਰ ਸੁਲਤਾਨ। ਉਹ ਸੁਲਤਾਨਪੁਰ ਦਾ ਫੌਜਦਾਰ ਸੀਗਾ ਲੋਧੀ ਦੌਲਤ ਖਾਨ। ਉਦੋਂ ਲੋਧੀਆਂ ਦਾ ਰਾਜ ਸੀ, ਮੁਗਲਾਂ ਦਾ ਰਾਜ ਬਾਅਦ 'ਚ ਆਇਆ ਬਾਬਰ ਦਾ। ਲੋਧੀ ਪਠਾਨ ਹੁੰਦੇ ਆ। ਮੁਗਲਾਂ ਤੇ ਪਠਾਨਾਂ ਦੀ ਬੜੀ ਪੁਰਾਣੀ ਦੁਸ਼ਮਣੀ ਚਲੀ ਆਉਂਦੀ ਹੈ। ਇਸ ਤੋਂ ਵੀ ਕਈ ਸਦੀਆਂ ਪਹਿਲਾਂ ਤੋਂ ਆਪਸ 'ਚ ਲੜਦੇ ਆ। ਕਦੀ ਲੋਧੀਆਂ ਦਾ ਕਬਜ਼ਾ ਹੋ ਜਾਂਦਾ, ਕਦੀ ਪਠਾਨਾਂ ਦਾ, ਕਦੀ ਮੁਗਲਾਂ ਦਾ। ਇਸ ਤਰ੍ਹਾਂ ਇਹ ਬਾਣੀ ਵਿੱਚ ਵੀ ਪੰਕਤੀ ਆਉਂਦੀ ਨਾ, ਮੁਗਲ ਪਠਾਣਾ ਭਈ ਲੜਾਈ। ਖੁਸ਼ਹਾਲ ਖਾਨ ਖੱਟਕ ਇੱਕ ਪਠਾਨ ਹੋਇਆ, ਉਹਨੇ ਬਹੁਤ ਲੰਮਾ ਚੌੜਾ ਇਤਿਹਾਸ ਵੀ ਲਿਖਿਆ ਆਪਣੀ ਜਾਤੀ ਦਾ ਤੇ ਮੁਗਲਾਂ ਦੀ ਲੜਾਈ ਦਾ।
ਸੋ ਖਾਲਸਾ ਜੀ, ਇਹ ਉਸ ਵੇਲੇ ਲੋਧੀ ਸੀਗਾ, ਦੌਲਤ ਖਾਨ ਲੋਧੀ, ਜਿਹਦੇ ਘਰ ਗੁਰੂ ਨਾਨਕ ਸਾਹਿਬ ਮੋਦੀ ਖਾਨਾ ਚਲਾਇਆ ਕਰਦੇ ਸਨ। ਹੁਣ ਕੇ ਮੋਦੀ ਸਤਿਗੁਰ ਭੈ। ਹਾਂ, ਉਹਨਾਂ ਦੇ ਕੋਲ ਮੋਦੀ ਜਾ ਕੇ ਲੱਗੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਫੌਜਦਾਰ ਲੋਧੀ ਦੌਲਤ ਖਾਨ ਦੇ ਕੋਲ ਸੁਲਤਾਨਪੁਰ ਸਾਹਿਬ ਵਿਖੇ। ਕਲਾ ਧਾਰ ਉਸਨੇ ਲਖ ਲੈ। ਉਹ ਜਿਹੜਾ ਦੌਲਤ ਖਾਨ ਸੀ ਉਹਨੂੰ ਵੀ ਸਮਝ ਆਈ, ਭਾਵੇਂ ਲੇਟ ਆਈ। ਕਦੋਂ ਆਈ? ਜਦੋਂ ਗੁਰੂ ਨਾਨਕ ਸਾਹਿਬ ਵੇਈ ਨਦੀ ਚੋਂ ਬਾਹਰ ਨਿਕਲ ਕੇ ਐਲਾਨ ਕੀਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਕਹਿਣ ਲੱਗਾ, ਜੇ ਹਿੰਦੂ ਮੁਸਲਮਾਨ ਦਾ ਤੁਹਾਡੀ ਨਿਗਾਹ 'ਚ ਵਿਤਕਰਾ ਨਹੀਂ ਤੇ ਮੇਰੇ ਨਾਲ ਆ ਕੇ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਚਲੋ। ਮਸੀਤ ਵਿੱਚ ਚਲੇ ਗਏ। ਹਿੰਦੂਆਂ ਨੂੰ ਫਿਕਰ ਪੈ ਗਿਆ ਅੱਜ ਨਾਨਕ ਮੁਸਲਮਾਨ ਬਣ ਜਾਏਗਾ। ਜਦੋਂ ਨਮਾਜ਼ ਪੜ੍ਹਨ ਲੱਗੇ ਮਹਾਰਾਜ ਖੜੇ ਰਹੇ। ਬਾਅਦ ਵਿੱਚ ਦੌਲਤ ਖਾਂ ਕਹਿੰਦਾ, ਤੁਸੀਂ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ, ਕਿਹਦੇ ਨਾਲ ਪੜ੍ਹਨੀ ਸੀ? ਕਹਿੰਦਾ, ਜੀ ਕਾਜੀ ਸਾਹਿਬ ਨਾਲ। ਮਹਾਰਾਜ ਕਹਿੰਦੇ, ਕਾਜੀ ਸਾਹਿਬ ਹੋਰੀ, ਮੌਲਵੀ ਸਾਹਿਬ ਹੋਰੀ ਤੇ ਆਪਣੇ ਘਰ 'ਚ ਨਾ ਘੋੜੀ ਸੂਈ ਹੋਈ ਆ, ਉਹਦਾ ਬਛੇਰਾ ਪਿੱਛੇ ਕਿਤੇ ਟੋਏ 'ਚ ਨਾ ਡਿੱਗ ਪਏ, ਉਸ ਫਿਕਰ 'ਚ ਸੀਗੇ। ਇਹਨਾਂ ਨੂੰ ਨਮਾਜ਼ ਧਿਆਨ ਹੀ ਕੋਈ ਨਹੀਂ, ਇਹਦੇ ਆਪਣੇ ਬਛੇਰੇ ਪਿੱਛੇ ਫਿਰਦੇ ਸੀਗੇ। ਦੌਲਤ ਖਾਂ ਕਹਿੰਦਾ, ਮੇਰੇ ਨਾਲ ਪੜ੍ਹ ਲੈਣਾ ਸੀ। ਮਹਾਰਾਜ ਕਹਿੰਦੇ, ਤੇਰੇ ਨਾਲ ਕੀ ਪੜ੍ਹਦੇ, ਤੂੰ ਕਾਬਲ ਘੋੜੇ ਖਰੀਦਣ ਗਿਆ ਹੋਇਆ ਸੀ। ਮੌਲਵੀ ਦੇ ਦਿਲ ਦੀ ਵੀ ਜਾਣ ਲਈ ਤੇ ਦੌਲਤ ਖਾਂ ਦੀ ਦੋਵੇਂ ਚਰਨਾਂ ਦੇ ਢਹਿ ਪਏ। ਫਿਰ ਦੌਲਤ ਖਾਂ ਮੁਰੀਦ ਬਣ ਗਿਆ ਗੁਰੂ ਸਾਹਿਬ ਦਾ, ਤੇ ਮਹਾਰਾਜ ਜਾ ਕੇ ਸ਼ਮਸ਼ਾਨ ਭੂਮੀ 'ਚ ਡੇਰਾ ਲਾ ਲਿਆ। ਦੌਲਤ ਖਾਂ ਦੀਆਂ 2 ਬੇਗਮਾਂ ਸਨ, ਬੱਚਾ ਕੋਈ ਨਹੀਂ ਸੀ। ਉਹ ਕਹਿਣ ਲੱਗੀਆਂ, ਤੁਹਾਡੇ ਮੋਦੀ ਦੀ ਬੜੀ ਸੋਭਾ ਸੁਣੀ ਹੈ, ਨਾਨਕ ਦੀ ਕਹਿੰਦੇ ਔਲੀਆ ਅਵਤਾਰ ਹੈ, ਤੁਸੀਂ ਆਪ ਕਹਿੰਦੇ ਹੋ, ਤੇ ਖਾਨ ਸਾਹਿਬ ਜੇ ਸਾਨੂੰ ਇਜਾਜ਼ਤ ਦਿਓ ਅਸੀਂ ਜਾ ਕੇ ਪੀਰ ਨਾਨਕ ਕੋਲੋਂ ਪੁੱਤਰ ਦੀ ਦਾਤ ਮੰਗੀਏ। ਉਹ ਦੋਵੇਂ ਬੇਗਮਾਂ ਦੌਲਤ ਖਾਂ ਦੀਆਂ ਸਤਿਗੁਰੂ ਨਾਨਕ ਸਾਹਿਬ ਕੋਲ ਜਦੋਂ ਆਈਆਂ ਤੇ ਸਤਿਗੁਰੂ ਪਾਤਸ਼ਾਹ ਜਿੱਥੇ ਬੈਠੇ ਸੀ ਤੇ ਮਲੇ ਬੇਰ ਸਨ, ਛੋਟੇ ਛੋਟੇ ਹੁੰਦੇ ਆ ਉਹਦੇ ਨਾਲੋਂ 4 ਬੇਰ ਤੋੜੇ, ਇੱਕ ਨੂੰ ਦੇ ਤੇ 2 ਇੱਕ ਨੂੰ ਦਿੱਤੇ। ਜਾਓ, ਤੁਹਾਡੇ ਘਰ 2 ਪੁੱਤਰ ਹੋਣਗੇ, ਉਹਨਾਂ ਦੇ ਨਾਮ ਜਾਲੀਦੀਨ, ਜੌਲਦੀਨ, ਸ਼ਮਸਦੀਨ ਆਦਿਕ ਰੱਖ ਦੇਣੇ। ਨਾਂ ਵੀ ਪਹਿਲਾਂ ਹੀ ਦੱਸਦੇ। ਉਹ 4 ਲੜਕੇ ਦੌਲਤ ਖਾਂ ਦੇ ਜਦੋਂ 15-15, 16-16 ਸਾਲ ਦੇ ਪੜ੍ਹ ਲਿਖ ਕੇ ਉਹ ਹਿੰਦੁਸਤਾਨ ਦੇ ਬਾਦਸ਼ਾਹ, ਲੋਧੀ ਬਾਦਸ਼ਾਹ ਦੇ ਕੋਲ ਜਾ ਕੇ ਵੱਡੇ ਅਫਸਰ ਲੱਗ ਗਏ। ਉਹਨਾਂ ਦੀ ਕਥਾ ਹੁਣ ਆਰੰਭ ਹੋਣੀ, ਅਗਲੇ ਪ੍ਰਕਰਣਾਂ 'ਚ ਆਪਾਂ ਸੁਣਨੀ ਹੈ। ਭਾਈ ਤਾਰੂ ਸਿੰਘ ਜੀ ਦੱਸ ਰਹੇ ਹੈ। ਤੇ ਸਾਧ ਸੰਗਤ ਜੀ, ਇਤਿਹਾਸ ਕਿਸ ਤਰ੍ਹਾਂ ਮੁਗਲਾਂ ਦਾ ਰਾਜ ਆਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਵੇਂ ਮੁਗਲ ਬਾਬਰ ਨੂੰ ਵਰ ਦਿੱਤਾ ਤੇ ਨਾਲ ਆਉਣ ਵਾਲੇ ਸਮੇਂ ਦੀਆਂ ਨਸੀਹਤਾਂ ਵੀ ਕੀਤੀਆਂ, ਉਹ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦੇ ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ ਹੇ ਸਮਰੱਥ ਅਗੰਮ ਪੂਰਨ, ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ ਆਏ। ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ, ਨਾਨਕ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰਿ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਤਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ, ਹੈਡ ਗ੍ਰੰਥੀ ਮੰਜੀ ਸਾਹਿਬ ਅੰਬਾਲੇ ਵਾਲੇ, ਤਿੰਨਾਂ ਪਾਸੋਂ ਆਪ ਜੀ ਸਿੱਖ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਸੋ ਆਵਤੀ ਪੰਥ ਦੀ ਮਾਨ ਸ਼ਖਸੀਅਤ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਸੋਲ, ਤਿੰਨਾਂ ਪਾਸੋਂ ਗੁਰ ਇਤਿਹਾਸ 12 ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।